ਇਸਲਾਮਾਬਾਦ ਪਾਕਿਸਤਾਨ ਦਾ ਦਾਰੁਲ ਹੁਕੂਮਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਜਦੀਦ ਜ਼ਮਾਨੇ ਦੀਆਂ ਸਾਰੀਆਂ ਸਹੂਲਤਾਂ ਇੱਥੇ ਦਸਤਿਆਬ ਨੇ। ਇਸਲਾਮਾਬਾਦ ਦੁਨੀਆ ਦੇ ਚੰਦ ਦਾਰੁਲ ਹੁਕੂਮਤਾਂ ਵਿੱਚੋਂ ਇੱਕ ਹੈ। ਇਹਦੇ ਬਿਲਕੁਲ ਨਾਲ ਕੁਦਰਤੀ ਹੁਸਨ ਤੋਂ ਮਾਲਾਮਾਲ ਇਲਾਕਾ ਮਾਰਗਲਾ ਹਿਲਸ ਹੈ, ਜਿਹੜਾ ਕਿ ਪਾਕਿਸਤਾਨ ਦੇ ਗੈਰ ਮਾਮੂਲੀ ਤੇ ਦਿਲਫਰੇਬ ਨੈਸ਼ਨਲ ਪਾਰਕ ਵਿੱਚੋਂ ਇੱਕ ਹੈ। ਜੰਗਲੀ ਢਲਾਨਾਂ ਸਾਫ਼ ਹਵਾ ਪੈਦਾ ਕਰਦੀਆਂ ਨੇ। ਉੱਚੀਆਂ ਚੋਟੀਆਂ ਕੀਮਤੀ ਬਾਰਿਸ਼ ਦਾ ਬਾਇਸ ਬਣਦੀਆਂ ਨੇ। ਘਣੀ ਝਾੜੀਆਂ ਕਈ ਕਿਸਮ ਦੀ ਜੰਗਲੀ ਹਯਾਤ ਨੂੰ ਪਨਾਹ ਦਿੰਦੀਆਂ ਨੇ। ਇਹ ਲੱਖਾਂ ਲੋਕਾਂ ਦੀ ਬਿਹਤਰੀ ਦਾ ਬਾਇਸ ਹੈ। ਮਾਰਗਲਾ ਹਿਲਸ ਨੈਸ਼ਨਲ ਪਾਰਕ ਵਫਾਕੀ ਦਾਰੁਲ ਹੁਕੂਮਤ ਦਾ ਤੜਕਤਾ ਹੋਇਆ ਦਿਲ ਹੈ। ਇਸਲਾਮਾਬਾਦ ਇੱਕ ਨਵਾਂ ਸ਼ਹਿਰ ਹੈ, ਜਿਸ ਨੂੰ 60 ਦੀ ਦਿਹਾਈ ਵਿੱਚ ਪਾਕਿਸਤਾਨ ਦਾ ਨਵਾਂ ਦਾਰੁਲ ਹੁਕੂਮਤ ਬਣਾਇਆ ਗਿਆ। ਇਸ ਲਈ ਇਹੋ ਜਿਹੀ ਜਗ੍ਹਾ ਨੂੰ ਚੁਣਿਆ ਗਿਆ ਜਿੱਥੇ ਪੋਠਵਾਰ ਦੇ ਮੈਦਾਨ ਤੇ ਮਾਰਗਲਾ ਦੀ ਪਹਾੜੀਆਂ ਦਾ ਸੰਗਮ ਹੈ। (1980) ਵਿੱਚ ਪਹਾੜੀਆਂ ਦੇ ਅੰਦਰ ਤਕਰੀਬਨ 16,000 ਹੈਕਟਰ ਜੰਗਲ ਨੂੰ ਬਤੌਰ ਮਾਰਗਲਾ ਹਿਲਸ ਨੈਸ਼ਨਲ ਪਾਰਕ ਮਹਿਫੂਜ਼ ਕੀਤਾ ਗਿਆ। ਮਾਰਗਲਾ ਦੀ ਪਹਾੜੀਆਂ ਸ਼ਮਾਲ ਵਿੱਚ ਹਿਮਾਲਿਆ ਦੀ ਨੀਵੀਂ ਢਲਾਨਾਂ ਤੱਕ ਫੈਲੀਆਂ ਹੋਈਆਂ ਨੇ। ਇਹ ਪਾਣੀ ਦਾ ਜ਼ਰੀਆ ਨੇ, ਜਿੱਥੋਂ ਇਸਲਾਮਾਬਾਦ ਦਾ ਜ਼ਿਆਦਾਤਰ ਤਾਜ਼ਾ ਪਾਣੀ ਆਉਂਦਾ ਹੈ। ਇਹਨਾਂ ਵਿੱਚੋਂ ਇੱਕ ਵੱਡੇ ਦਰਿਆ ਤੇ ਡੈਮ ਬਣਾ ਕੇ ਸ਼ਹਿਰ ਦੇ ਵਿੱਚੋਂ ਵਿੱਚ ਝੀਲ ਬਣਾਈ ਗਈ ਹੈ। ਰਾਵਲ ਝੀਲ ਨਾ ਸਿਰਫ ਦਾਰੁਲ ਹੁਕੂਮਤ ਨੂੰ ਪਾਣੀ ਮੁਹੱਈਆ ਕਰਦੀ ਏ, ਬਲਕਿ ਇਹ ਜੰਗਲੀ ਹਯਾਤ ਦੀ ਅਹਿਮ ਪਨਾਹਗਾਹ ਵੀ ਬਣ ਚੁੱਕੀ ਏ। ਨੈਸ਼ਨਲ ਪਾਰਕ ਨੂੰ ਇੱਥੇ ਤੀਕਰ ਤੌਸੀਹ ਦਿੱਤੀ ਗਈ ਹੈ। ਇਹਦਾ ਸਾਫ਼ ਪਾਣੀ ਮਛਲੀਆਂ ਦੀ ਅਫਜ਼ਾਇਸ਼ ਤੇ ਮੁਖਤਲਿਫ ਕਿਸਮਾਂ ਦੇ ਪਰਿੰਦਿਆਂ, ਖਾਸ ਤੌਰ ਤੇ ਕਿੰਗ ਫਿਸ਼ਰ ਦੀ ਖੁਰਾਕ ਦਾ ਜ਼ਰੀਆ ਏ। ਮੁਕਾਬਲਾ ਹੀ ਸਭ ਕੁਝ ਹੈ। ਝੀਲ ਦੀ ਬਿਹਤਰੀਨ ਜਗ੍ਹਾ ਦੇ ਹਸੂਲ ਦਾ ਮੁਕਾਬਲਾ ਸਿਰਫ ਹਰੀਫ ਪਰਿੰਦਿਆਂ ਵਿੱਚ ਹੀ ਨਹੀਂ, ਬਲਕਿ ਲੋਕੀ ਵੀ ਤਾਜ਼ਾ ਹਵਾ ਲਈ ਇਹਨਾਂ ਇਲਾਕਿਆਂ ਦਾ ਰੁਖ ਕਰਦੇ ਨੇ। ਸ਼ਹਿਰ ਦੇ ਮਰਕਜ਼ ਤੋਂ ਪਹਾੜੀਆਂ ਸਿਰਫ 10 ਮਿੰਟਾਂ ਦੇ ਪੈਂਡੇ ਤੇ ਨੇ, ਤੇ ਸ਼ਹਿਰੀ ਇਹਨਾਂ ਦੇ ਪੁਰਸਕੂਨ ਮਾਹੌਲ ਤੇ ਠੰਡੀਆਂ ਹਵਾਵਾਂ ਵੱਲ ਖਿੱਚੇ ਚਲੇ ਆਉਂਦੇ ਨੇ। ਅਗਰਚੇ ਪਹਾੜੀਆਂ ਜੰਗਲੀ ਹਯਾਤ ਤੋਂ ਭਰਪੂਰ ਨੇ, ਪਰ ਖਾਸ ਤੌਰ ਤੇ ਇੱਕ ਜਾਨਵਰ ਜਿਹੜਾ ਜ਼ਿਆਦਾ ਵਸਦਾ ਏ ਤੇ ਲੋਕਾਂ ਦੀ ਤਵੱਜੋ ਦਾ ਬਾਇਸ ਏ। ਉਹ ਏ ਪੂਰਾ ਬਾਂਦਰ। ਇਹ ਵੱਡੇ ਗਰੋਹਾਂ ਵਿੱਚ ਰਹਿੰਦਾ ਏ, ਜਿਨ੍ਹਾਂ ਦੀ ਤਾਦਾਦ 80 ਤੱਕ ਹੋ ਸਕਦੀ ਏ। ਇਹ ਘੰਟਿਆਂ ਤੀਕਰ ਇੱਕ ਦੂਜੇ ਦਾ ਹਾਰ ਸਿੰਗਾਰ ਕਰਦੇ ਨੇ। ਇਸ ਤਰ੍ਹਾਂ ਆਪਣਾ ਤਾਲੁਕ ਵਧਾਉਂਦੇ ਨੇ ਤੇ ਅਮਨ ਨਾਲ ਰਹਿੰਦੇ ਨੇ। ਇਹ ਹੁਸ਼ਿਆਰ ਤੇ ਪੁਰਤਜੱਸੁਸ ਨੇ। ਸਾਰਿਆਂ ਕਬੀਲਿਆਂ ਵਿੱਚ ਬਾਜ਼ ਵੇਲੇ ਝਗੜੇ ਸ਼ੁਰੂ ਹੋ ਜਾਂਦੇ ਨੇ, ਪਰ ਵੱਡੇ ਬਾਅਸਰ ਬਾਂਦਰ ਦੀ ਮੌਜੂਦਗੀ ਨਾਲ ਛੇਤੀ ਫੇਰ ਅਮਨ ਬਹਾਲ ਹੋ ਜਾਂਦਾ ਹੈ।
ਨਿਸ਼ਾਨ ਲੱਗੀਆਂ ਰਾਵਾਂ ਪਾਰਕ ਨੂੰ ਸ਼ੌਕੀਆ ਪੈਦਲ ਚੱਲਣ ਵਾਲੇ ਤੇ ਪਰਿੰਦੇ ਵੇਖਣ ਦੇ ਸ਼ੌਕੀਨਾਂ ਲਈ ਰਾਹ ਦਿੰਦੇ ਨੇ। ਪਰ ਕੁਝ ਲੋਕੀ ਇਹਨਾਂ ਲੁਕੇ ਖਜ਼ਾਨਿਆਂ ਨੂੰ ਨਹੀਂ ਜਾਣਦੇ, ਜਿਵੇਂ ਬਹੁ ਨਾਯਾਬ ਖਲੀਜ ਮੋਰ, ਜਿਹੜਾ ਕਿ ਕਨੀ ਝਾੜੀਆਂ ਵਿੱਚ ਪਨਾਹ ਲੈਂਦਾ ਏ। ਕਨੀ ਝਾੜੀਆਂ ਦੀ ਵਜ੍ਹਾ ਤੋਂ ਪਾਰਕ ਦੇ ਜ਼ਿਆਦਾਤਰ ਕਾਬਲੇ ਦੀਦ ਨਜ਼ਾਰੇ ਜੰਗਲੀ ਲੱਗਦੇ ਨੇ। ਇਹਦੇ ਇਲਾਵਾ ਚੂਨੇ ਦੀਆਂ ਚਟਾਨਾਂ, ਜਿਹੜੀਆਂ ਬਾਰਿਸ਼ ਦੇ ਪਾਣੀ ਨੂੰ ਸਾਫ਼ ਤੇ ਸ਼ਫਾਫ ਨਦੀਆਂ ਵਿੱਚ ਤਬਦੀਲ ਕਰ ਦਿੰਦੀਆਂ ਨੇ। ਲੋਕਾਂ ਦੇ ਆਸਾਨ ਰਸਾਈ ਵਾਲੇ ਇਲਾਕੇ ਦਬਾਅ ਵਿੱਚ ਹਨ। ਮਾਰਗਲਾ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਵੇਖੇ ਜਾਣੇ ਵਾਲੇ ਪਾਰਕਸ ਵਿੱਚੋਂ ਇੱਕ ਏ, ਪਰ ਜ਼ਿਆਦਾਤਰ ਲੋਕ ਕੁਝ ਹੀ ਖੂਬਸੂਰਤ ਜਾਵਾਂ ਨੂੰ ਵੇਖਣ ਲਈ ਬਾਰ-ਬਾਰ ਆਉਂਦੇ ਨੇ। ਇੱਕ ਤਰ੍ਹਾਂ ਨਾਲ ਨੈਸ਼ਨਲ ਪਾਰਕ ਇੱਕ ਇਮਤਿਹਾਨ ਹੈ ਕਿ ਇਨਸਾਨ ਤੇ ਜਾਨਵਰ ਇਕੱਠੇ ਰਹਿ ਸਕਦੇ ਨੇ ਜਾਂ ਨਹੀਂ। ਪਾਰਕ ਇਸਲਾਮਾਬਾਦ ਤੋਂ ਇੰਨਾ ਨੇੜੇ ਹੈ ਕਿ ਕਮਰਸ਼ਲ ਦਬਾਅ ਦੀ ਵਜ੍ਹਾ ਤੋਂ ਜੰਗਲੀ ਪਨਾਹਗਾਹ ਤੇ ਸ਼ਹਿਰੀ ਆਬਾਦੀ ਦੇ ਵਿੱਚ ਪੈਂਡਾ ਖਤਮ ਹੁੰਦਾ ਜਾ ਰਿਹਾ ਹੈ। ਪਾਰਕ ਨੂੰ ਅੱਗੇ ਕਈ ਖਤਰਾਤ ਦਾ ਸਾਹਮਣਾ ਹੈ। ਹਰ ਸਾਲ ਯਾਦ ਦਹਾਨੀ ਕਰਾਈ ਜਾਂਦੀ ਹੈ ਕਿ ਇਹ ਸਾਰਾ ਇਲਾਕਾ ਕੁਦਰਤੀ ਆਫਤ ਦੇ ਨਿਸ਼ਾਨੇ ਤੇ ਹੈ। ਮੌਨਸੂਨ ਹਵਾਵਾਂ ਦੇ ਰਸਤੇ ਵਿੱਚ ਸਭ ਤੋਂ ਪਹਿਲਾਂ ਮਾਰਗਲਾ ਦੀਆਂ ਪਹਾੜੀਆਂ ਆਉਂਦੀਆਂ ਨੇ। ਨਮੀ ਤੋਂ ਭਰੀਆਂ ਹਵਾਵਾਂ ਉੱਤੇ ਉੱਠਦੀਆਂ ਨੇ ਤੇ ਠੰਡੀਆਂ ਹੋ ਕੇ ਇਸ ਬਾਰਾਨੀ ਇਲਾਕੇ ਵਿੱਚ ਬਾਰਿਸ਼ ਨਾਲ ਤਾਜ਼ਾ ਪਾਣੀ ਦੀ ਵੱਡੀ ਮਿਕਦਾਰ ਫਰਾਹਮ ਕਰਦੀਆਂ ਨੇ। ਇਹ ਸਾਲਾਨਾ ਬਾਰਿਸ਼ਾਂ ਨਦੀਆਂ ਤੇ ਜ਼ੇਰੇ ਜ਼ਮੀਨ ਪਾਣੀ ਨੂੰ ਫੇਰ ਭਰ ਦਿੰਦੀਆਂ ਨੇ। ਅਸਲ ਵਿੱਚ ਇਹ ਇੱਕ ਖਾਸ ਸ਼ੈ ਪੈਦਾ ਕਰਦੀਆਂ ਨੇ। ਅਸਤਵਾਈ ਗਰਮੀ, ਸੂਰਜ ਦੀ ਤਪਸ਼ ਤੇ ਕਸਰਤ ਨਾਲ ਬਾਰਿਸ਼ਾਂ ਪਹਾੜਾਂ ਨੂੰ ਵਧਣ ਲਈ ਬਿਹਤਰੀਨ ਜਗ੍ਹਾ ਬਣਾ ਦਿੰਦੀਆਂ ਨੇ। ਜੰਗਲ ਦਾ ਸਬਜ਼ਾ ਗੈਰ ਮਾਮੂਲੀ ਕੀੜੇ ਮਕੌੜਿਆਂ ਦੀ ਵੱਡੀ ਤਾਦਾਦ ਵਿੱਚ ਅਫਜ਼ਾਇਸ਼ ਕਰ ਦਿੰਦਾ ਹੈ। ਇਹ ਪਾਰਕ ਪਾਕਿਸਤਾਨ ਦੇ ਮੁਖਤਲਿਫ ਹਯਾਤਿਆਤੀ ਇਕਸਾਮ ਦੇ ਵਜ੍ਹਾ ਤੋਂ ਨੁਮਾਇਆ ਹੈ। ਇੱਥੇ ਰਿੰਗਣ ਵਾਲੇ ਕੀੜਿਆਂ ਦੀ 3 ਨਸਲਾਂ ਪਾਈਆਂ ਜਾਂਦੀਆਂ ਨੇ। ਨੀਲੇ ਪਰਾਂ ਵਾਲਾ ਪਰਿੰਦਾ 250 ਪਰਿੰਦਿਆਂ ਵਿੱਚੋਂ ਇੱਕ ਹੀਰਾ ਹੈ। ਇੱਥੇ ਰੰਗ ਬਰੰਗੇ ਬੂਟਿਆਂ ਤੇ ਫਲਾਂ ਦਾ ਖਜ਼ਾਨਾ ਹੈ ਤੇ ਤਿਤਲੀਆਂ ਦੀਆਂ 55 ਕਿਸਮਾਂ ਪਾਈਆਂ ਜਾਂਦੀਆਂ ਨੇ। ਮੁਖਤਲਿਫ ਇਕਸਾਮ ਦੇ ਹੈਵਾਨਾਤ ਤੇ ਹਯਾਤਿਆਤੀ ਤਬਦੀਲੀ ਦੀ ਵਜ੍ਹਾ ਤੋਂ ਨੈਸ਼ਨਲ ਪਾਰਕ ਕਾਬਲੇ ਜ਼ਿਕਰ ਹੈ। ਇਹ ਪਾਰਕ ਇੱਕ ਹੋਰ ਵਜ੍ਹਾ ਤੋਂ ਮੁਨਫਰਿਦ ਹੈ।
ਕਿਉਂਕਿ ਇਹ ਪਹਾੜੀਆਂ ਪਾਕਿਸਤਾਨ ਦੇ ਮੈਦਾਨਾਂ ਤੋਂ ਸ਼ਮਾਲੀ ਪਹਾੜੀਆਂ ਵੱਲ ਜਾਣ ਵਾਲੇ ਪਰਿੰਦਿਆਂ ਦੇ ਰਸਤੇ ਵਿੱਚ ਨੇ। ਇਹ ਸਰਦੀਆਂ ਤੇ ਗਰਮੀਆਂ ਵਿੱਚ ਪੱਖੀਆਂ ਨੂੰ ਸਰ ਲੁਕਾਉਣ ਲਈ ਜਾ ਫਰਾਹਮ ਕਰਦਾ ਹੈ। ਪਹਿਲੇ ਜਨੂਬੀ ਹਿੱਸੇ ਵਿੱਚ ਰਹਿਣ ਵਾਲੇ ਜੰਗਲੀ ਸੂਰਾਂ ਵਿੱਚੋਂ ਕੁਝ ਪਹਾੜੀਆਂ ਵੱਲ ਆ ਗਏ ਨੇ ਤੇ ਇੱਥੇ ਰਹਿ ਰਹੇ ਨੇ। ਇਹ ਟੱਬਰਾਂ ਦੀ ਸੂਰਤ ਵਿੱਚ ਰਹਿੰਦੇ ਨੇ ਤੇ ਸੁੰਘਣ ਦੀ ਹਿੱਸ ਨਾਲ ਖੁਰਾਕ ਤਲਾਸ਼ ਕਰਦੇ ਨੇ। ਮਾਰਗਲਾ ਹਲ-ਖੋਰ ਚਮਗਾਦੜਾਂ ਦੀ ਆਬਾਦੀ ਦਾ ਵੀ ਮਸਕਨ ਹੈ। ਵੱਡੀ ਚਮਗਾਦੜ ਦੇ ਪਰਾਂ ਦੀ ਲੰਬਾਈ 1.7 ਮੀਟਰ ਤੱਕ ਹੋ ਸਕਦੀ ਹੈ। ਇਹ ਹਨੇਰਾ ਹੁੰਦੇ ਹੀ ਬੇਚੈਨ ਹੋ ਕੇ ਪੂਰੇ ਜੰਗਲ ਵਿੱਚ ਰਸ, ਫਲ ਤੇ ਫਲਾਂ ਦੀ ਉਡੀਕ ਵਿੱਚ ਉੱਡਦੀਆਂ ਫਿਰਦੀਆਂ ਨੇ। ਮਾਰਗਲਾ ਦੇ ਬਹੁਤ ਸਾਰੇ ਦੁੱਧ ਪਿਲਾਉਣ ਵਾਲੇ ਜਾਨਵਰ ਲੁਕੇ ਰਹਿੰਦੇ ਨੇ ਤੇ ਘੱਟ ਹੀ ਨਜ਼ਰ ਆਉਂਦੇ ਨੇ। ਕੈਮਰਾ ਟਰੈਪ ਦੀ ਮਦਦ ਨਾਲ ਪਾਰਕ ਦੇ ਕੁਝ ਸ਼ਰਮੀਲੇ ਜਾਨਵਰਾਂ ਨੂੰ ਹੁਣ ਦਿਖਾਇਆ ਜਾ ਸਕਦਾ ਹੈ। ਇਹ ਐਸੀ ਮਖਲੂਕ ਦੀ ਚਲਦੀ ਹੋਈ ਫੋਟੋਆਂ ਫਰਾਹਮ ਕਰਦੇ ਨੇ ਜਿਨ੍ਹਾਂ ਵਿੱਚ ਸ਼ਮਾਲ ਵਿੱਚ ਚੀੜ ਦੇ ਜੰਗਲ ਵਿੱਚ ਪਾਇਆ ਜਾਣੇ ਵਾਲਾ ਸਹਿ, ਜੰਗਲੀ ਖਰਗੋਸ਼, ਲੂੰਮੜੀ, ਗੁਲਦਾਰ ਬਿੱਲੀ ਤੇ ਜਨੂਬੀ ਖੁਸ਼ਕ ਮੈਦਾਨਾਂ ਵਿੱਚ ਪਾਇਆ ਜਾਣਾ ਵਾਲਾ ਪੈਨਗੋਲਿਨ ਸ਼ਾਮਿਲ ਹੈ। ਪਾਰਕ ਵਿੱਚ ਜੰਗਲੀ ਹਯਾਤ ਦੀ ਮੁxtਲਿਫ ਕਿਸਮਾਂ ਨੂੰ ਜ਼ਾਹਿਰ ਕਰਦੀਆਂ ਨੇ ਤੇ ਇਹਨਾਂ ਵਿੱਚੋਂ ਹਰ ਇੱਕ ਪਾਰਕ ਦੀ ਅਹਿਮੀਅਤ ਵਿੱਚ ਇਜ਼ਾਫਾ ਕਰਦਾ ਹੈ। ਚਹਿਕ ਤੇ ਬਾਂਦਰ ਸਵੇਰੇ ਜਲਦੀ ਉੱਠਦੇ ਨੇ। ਸਵੇਰ ਹੁੰਦੇ ਹੀ ਉਹ ਰਾਹਦਾਰੀਆਂ ਜਿਨ੍ਹਾਂ ਤੇ ਕੱਕੜ ਦਾ ਕਬਜ਼ਾ ਸੀ ਹੁਣ ਪੈਦਲ ਚੱਲਣ ਵਾਲੇ ਇਸਤੇਮਾਲ ਕਰਦੇ ਨੇ। ਇਹ ਅੱਧਾ ਮੀਟਰ ਤੋਂ ਜ਼ਿਆਦਾ ਲੰਬੇ ਨਹੀਂ ਹੁੰਦੇ। ਅਫਜ਼ਾਇਸ਼ ਦੇ ਮੌਸਮ ਵਿੱਚ ਇਹਨਾਂ ਦੀ ਆਵਾਜ਼ ਜ਼ਿਆਦਾ ਅਸਰ ਪਾਉਂਦੀ ਹੈ। ਇਹਨਾਂ ਨੂੰ ਹਮੇਸ਼ਾ ਚੀਤੇ ਨਾਲ ਝੜਪ ਦਾ ਖਦਸ਼ਾ ਰਹਿੰਦਾ ਹੈ, ਜਿਹੜਾ ਕਿ ਸਾਏ ਦੀ ਤਰ੍ਹਾਂ ਖਾਮੋਸ਼ੀ ਨਾਲ ਇਹਨਾਂ ਦਾ ਪਿੱਛਾ ਕਰਦਾ ਹੈ। ਖਲੀਜ ਮੋਰ ਲਈ ਜੰਗਲ ਦੇ ਰਸਤੇ ਖੁੱਲੀਆਂ ਸ਼ਾਹਰਾਵਾਂ ਬਣ ਜਾਂਦੀਆਂ ਨੇ ਤੇ ਕੋਈ ਵੀ ਇਹਦੇ ਰਵੱਈਏ ਨੂੰ ਨਹੀਂ ਸਮਝਦਾ, ਪਰ ਇੰਜ ਦਿਸਦਾ ਹੈ ਜਿਵੇਂ ਇਹ ਇਕੱਠੇ ਹੋ ਕੇ ਖਾਨਦਾਨ ਦੀ ਸੂਰਤ ਵਿੱਚ ਰਹਿੰਦੇ ਨੇ। ਇਹ ਬੀਜ ਤੋਂ ਲੈ ਕੇ ਛਿਪਕਲੀ ਤੱਕ ਸਭ ਖਾ ਲੈਂਦੇ ਨੇ ਤੇ ਆਪਣੀਆਂ ਚੋਂਚਾਂ ਨਾਲ ਛੋਟੇ ਕੀੜੇ ਮਕੌੜਿਆਂ ਨੂੰ ਪੱਤਿਆਂ ਥੱਲੋਂ ਵੀ ਕੱਢ ਲੈਂਦੇ ਨੇ। ਇਹੋ ਰਸਤੇ ਜਾਨਵਰਾਂ ਨੂੰ ਪਾਰਕ ਦੇ ਦੂਜੇ ਹਿੱਸਿਆਂ ਵਿੱਚ ਤੇਜ਼ ਰਸਾਈ ਵੱਲ ਮਦਦ ਫਰਾਹਮ ਕਰਦੇ ਨੇ। ਜਿਵੇਂ ਇਹਨਾਂ ਰਸਤਿਆਂ ਤੇ ਇਨਸਾਨਾਂ ਦਾ ਆਣਾ ਜਾਣਾ ਵੱਧਦਾ ਜਾਂਦਾ ਹੈ, ਇਹ ਜਾਨਵਰ ਪਾਰਕ ਦੀ ਗਹਿਰੀ ਝਾੜੀਆਂ ਵੱਲ ਟੁਰ ਪੈਂਦੇ ਨੇ। ਮੈਂ ਪਹਿਲੀ ਵਾਰੀ ਆਪਣੀ ਸਹੇਲੀਆਂ ਨੂੰ ਇੱਥੇ ਲਿਆਂਦਾ ਹੈ। ਇੱਥੇ ਇਸ ਲਈ ਆਈਆਂ ਕਿ ਮੈਨੂੰ ਕੁਦਰਤ ਦੀਆਂ ਸ਼ਾਨਾਂ ਨਾਲ ਪਿਆਰ ਹੈ। ਇੱਥੇ ਦਰਖਤ ਨੇ, ਪਹਾੜੀਆਂ ਨੇ ਤੇ ਨਾਲੇ ਪਾਣੀ ਦੀ ਆਵਾਜ਼ ਵੀ। ਮੇਰਾ ਮਤਲਬ ਬਹੁਤ ਖੂਬਸੂਰਤ ਜਗ੍ਹਾ ਹੈ ਤੇ ਮੈਂ ਇੱਕ ਨੌਕਰੀ ਕਰਨ ਵਾਲੀ ਔਰਤ ਹਾਂ। ਮੇਰੀ ਤਰ੍ਹਾਂ ਹੋਰ ਵੀ ਨੌਕਰੀ ਕਰਨ ਵਾਲੇ ਲੋਕ ਇੱਥੇ ਆ ਸਕਦੇ ਨੇ। ਮੁਸ਼ਕਿਲ ਹੈ ਵੇ ਕਿ ਬਹੁਤ ਲੋਕੀ ਇੱਥੇ ਆਉਂਦੇ ਨੇ, ਇਸ ਲਈ ਇੱਥੇ ਅਮਨ ਸਕੂਨ ਢੂੰਡਣਾ ਬਹੁਤ ਮੁਸ਼ਕਿਲ ਹੈ। ਹਫ਼ਤੇ ਦੇ ਅਖੀਰ ਤੇ ਇੱਥੇ ਟ੍ਰੈਫਿਕ ਦਾ ਬਹੁਤ ਰਸ਼ ਹੋ ਜਾਂਦਾ ਹੈ। ਪਾਰਕ ਇਸਲਾਮਾਬਾਦ ਤੋਂ ਥੋੜੀ ਦੂਰ ਹੈ, ਇਸ ਲਈ ਇਹ ਪਿਕਨਿਕ ਤੇ ਫੈਮਿਲੀ ਨਾਲ ਜਾਣ ਲਈ ਮੌਜ਼ੂ ਹੈ।
ਹੋਰ ਵੱਧਦਾ ਹੋਇਆ ਕੂੜਾ ਪਿੱਛੇ ਰਹਿ ਜਾਂਦਾ ਏ। ਬਾਂਦਰ ਕਿਸੇ ਵੀ ਮੌਕੇ ਤੋਂ ਫਾਇਦਾ ਚਾਣ ਲਈ ਬਹੁਤ ਚਾਲਾਕ ਤੇ ਤੇਜ਼ ਏ। ਬਚਿਆ ਹੋਇਆ ਖਾਣਾ ਇਹਨਾਂ ਨੂੰ ਦਰਖਤਾਂ ਤੋਂ ਥੱਲੇ ਆਣ ਤੇ ਆਮਾਦਾ ਕਰ ਦਿੰਦਾ ਏ। ਜਿੰਨਾ ਉਹ ਲੋਕਾਂ ਦੇ ਨੇੜੇ ਹੋਣਗੇ ਉਨਾ ਹੀ ਉਹਨਾਂ ਨੂੰ ਪਾਲਤੂ ਸਮਝਿਆ ਜਾਏਗਾ। ਜਿੰਨਾ ਉਹਨਾਂ ਨੂੰ ਜ਼ਿਆਦਾ ਖਵਾਇਆ ਜਾਏਗਾ ਉਨਾ ਹੀ ਇਹ ਜ਼ਿਆਦਾ ਤਵੱਕੋ ਕਰਨਗੇ। ਇਹ ਸਦਾਏ ਹੋਏ ਨਹੀਂ, ਜੰਗਲੀ ਜਾਨਵਰ ਹਨ। ਬਾਜ਼ ਔਕਾਤ ਬੰਦਰ ਕੁਝ ਤਵੱਕੁਆਤ ਬੜਾ ਲੈਂਦੇ ਨੇ ਤੇ ਗੁਸੀਲੇ ਹੋ ਜਾਂਦੇ ਨੇ। ਜ਼ਾਹਿਰੀ ਗੱਲ ਏ, ਲੋਕੀ ਇਸ ਗੱਲ ਨੂੰ ਨਹੀਂ ਸਮਝਦੇ। ਆਉਣ ਵਾਲੇ ਇਸ ਮੁਸ਼ਕਲ ਤੋਂ ਪਿੱਛਾ ਛੁਡਾ ਸਕਦੇ ਨੇ, ਪਰ ਬਾਂਦਰ ਦਿਨ ਬ ਦਿਨ ਬਹਾਦਰ ਹੋ ਰਹੇ ਨੇ। ਕਿਸੇ ਵੀ ਮਿਆਰ ਨਾਲ ਇਹ ਸਿਹਤਮੰਦ ਖਾਣਾ ਨਹੀਂ ਹੈ। ਜਾਨਵਰਾਂ ਲਈ ਬੁਰਾ ਹੈ ਤੇ ਪਾਰਕ ਦੀ ਫਿਤਰਤ ਨੂੰ ਬਦਲ ਰਿਹਾ ਹੈ। ਆਮ ਤੌਰ ਤੇ ਜੰਗਲੀ ਸੂਅਰ ਬਾਂਦਰਾਂ ਨਾਲ ਨਹੀਂ ਮਿਲਦੇ, ਪਰ ਛੱਡੀ ਹੋਈ ਬਿਰਿਆਨੀ ਉੱਤੇ ਇਹ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ। ਅਗਰਚੇ ਸੂਅਰ ਦੇ ਦੰਦ ਖੌਫਨਾਕ ਹਨ, ਲੇਕਿਨ ਬਾਂਦਰ ਤਾਦਾਦ ਵਿੱਚ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇਹਦੇ ਤੇ ਹਾਵੀ ਹਨ। ਇਸ ਵਿੱਚ ਜਾਨਵਰ ਦਾ ਕੋਈ ਕਸੂਰ ਨਹੀਂ, ਇਨਸਾਨ ਹੈ ਜਿਹੜਾ ਗੈਰ ਜ਼ਿੰਮੇਦਾਰੀ ਦਾ ਸਬੂਤ ਦੇ ਰਿਹਾ ਹੈ। ਤੁਸੀਂ ਘਰ ਵਿੱਚ ਕੂੜਾ ਇੱਧਰ-ਉੱਧਰ ਨਹੀਂ ਸੁੱਟਦੇ, ਉਹਨੂੰ ਤੁਸੀਂ ਉਸਦੀ ਖਾਸ ਜਗ੍ਹਾ ਤੇ ਸੁੱਟਦੇ ਹੋ। ਪ੍ਰੋਫੈਸਰ ਜ਼ਾਇਦ ਮਿਰਜ਼ਾ, ਜਿਹੜੇ ਕਿ ਮਾਰਗਲਾ ਜੰਗਲੀ ਹਯਾਤ ਦੇ ਮਾਹਿਰ ਨੇ, ਜ਼ਿਆਦਾ ਸਖਤ ਕੰਮ ਚਾਹੁੰਦੇ ਨੇ। ਰਾਹਾਂ ਤੇ ਸੜਕਾਂ ਉੱਤੇ ਗਾਰਡ ਹੋਣੇ ਚਾਹੀਦੇ ਨੇ। ਕਚਰਾ ਸੁੱਟਣ ਵਾਲਿਆਂ ਨੂੰ ਜੁਰਮਾਨਾ ਕੀਤਾ ਚਾਹੀਦਾ ਹੈ। ਉਸੇ ਜਗ੍ਹਾ ਮੌਕੇ ਤੇ ਹੀ ਜੁਰਮਾਨਾ ਇੱਕ ਹੱਲ ਹੈ, ਪਰ ਮਸਲਾ ਬੇਕਾਬੂ ਹੋ ਗਿਆ ਹੈ। ਆਉਣ ਵਾਲਿਆਂ ਨੂੰ ਆਪਣੇ ਕਚਰੇ ਦੀ ਜ਼ਿੰਮੇਦਾਰੀ ਆਪ ਲੈਣੀ ਚਾਹੀਦੀ ਹੈ। ਜ਼ਾਹਿਰੀ ਗੱਲ ਹੈ, ਜਿਹੜੇ ਲੋਕੀ ਇੱਥੇ ਆਉਂਦੇ ਨੇ ਉਹਨਾਂ ਨੂੰ ਆਪਣਾ ਕਚਰਾ ਨਾਲ ਵਾਪਸ ਲੈ ਜਾਣਾ ਚਾਹੀਦਾ। ਇਹ ਮੇਰੀ ਸਭ ਨੂੰ ਮਿੰਨਤ ਹੈ ਕਿ ਇਹ ਥਾਂ ਸਾਡੇ ਲਈ ਬਣਾਈ ਗਈ ਹੈ ਤੇ ਅਸੀਂ ਇਸ ਨੂੰ ਸਾਫ਼ ਰੱਖਣਾ ਹੈ। ਜੇ ਅਸੀਂ ਇਸ ਤਰ੍ਹਾਂ ਕੂੜਾ ਸੁੱਟਦੇ ਰਹੇ ਤੇ ਇਹ ਪਾਰਕ ਬਰਬਾਦ ਹੋ ਜਾਏਗਾ। ਅਗਰ ਲੋਕਾਂ ਨੂੰ ਜੰਗਲੀ ਹਯਾਤ ਦੇ ਮਾਹੌਲ ਤੇ ਇਹਨਾਂ ਤੇ ਹੋਣ ਵਾਲੇ ਫੈਮਿਲੀ ਡਰਾਮਿਆਂ ਦਾ ਪਤਾ ਲੱਗ ਜਾਵੇ ਤੇ ਇਹ ਜਗ੍ਹਾ ਕਿਤਨੀ ਅਹਿਮ ਹੈ, ਸ਼ਾਇਦ ਉਹ ਇਸ ਅਹਿਮ ਇਲਾਕੇ ਦੀ ਜ਼ਿਆਦਾ ਕਦਰ ਕਰਨ। ਕੁਝ ਲੋਕੀ ਜਿਵੇਂ ਰਿਆਜ਼ ਮੁਹੰਮਦ ਪਹਿਲੇ ਹੀ ਪਾਰਕ ਦੀ ਕੀਮਤੀ ਤੇ ਗੈਰ ਮਾਮੂਲੀ ਜੰਗਲੀ ਹਯਾਤ ਨੂੰ ਦਰਿਆਫਤ ਕਰ ਚੁੱਕੇ ਨੇ। ਮੇਰਾ ਸਾਰਾ ਦਿਨ ਇਹਨਾਂ ਪਰਿੰਦਿਆਂ ਨਾਲ ਲੰਘਦਾ ਹੈ। ਸਵੇਰੇ ਮਾਰਗਲਾ ਨੈਸ਼ਨਲ ਹਿਲਸ ਪਾਰਕ ਆਉਂਦਾ ਵਾਂ, ਸਾਰਾ ਦਿਨ ਪਰਿੰਦਿਆਂ ਨਾਲ ਰਹਿ ਕੇ ਸ਼ਾਮੀ ਘਰ ਟੁਰ ਜਾਂਦਾ ਵਾਂ। ਇਹੋ ਮੇਰੇ ਦਿਲ ਨੂੰ ਬੜਾ ਚੰਗਾ ਲੱਗਦਾ ਹੈ। ਆਪਣੇ ਮੁਸ਼ਾਹਦੇ ਤੇ ਪਰਿੰਦਿਆਂ ਦੀ ਆਦਤਾਂ ਸਮਝਣ ਦੀ ਵਜ੍ਹਾ ਤੋਂ ਰਿਆਜ਼ ਇਹਨਾਂ ਦੀ ਬਿਹਤਰ ਤੋਂ ਬਿਹਤਰ ਤਸਵੀਰਾਂ ਬਣਾ ਲੈਂਦਾ ਹੈ। ਪਰਿੰਦਿਆਂ ਨੂੰ ਤੱਕਣ ਲਈ ਕਿਸੇ ਕੀਮਤੀ ਕਿੱਟ ਦੀ ਲੋੜ ਨਹੀਂ, ਬਲਕਿ ਸਬਰ ਤੇ ਅਮਲ ਦੀ ਲੋੜ ਹੈ। It's very easy. ਇਹ ਬਹੁਤਾ ਸੌਖਾ ਹੈ ਤੇ ਇਹਦੀ ਆਦਤ ਪੈ ਜਾਏਗੀ। ਕੋਈ ਥਾਂ ਲੱਭੋ ਤੇ ਰੋਜ਼ ਉੱਥੇ ਜਾਓ, ਪਰਿੰਦੇ ਤੁਹਾਡੇ ਨਾਲ ਨਾਲ ਹੋਣਗੇ। ਨਿਸ਼ਾਨ ਜ਼ਦਾ ਉੱਲੂ, ਜਿਵੇਂ ਕਿ ਇਹ ਖਾਨਦਾਨ ਇਸ ਪਾਰਕ ਦੇ ਆਮ ਰਿਹਾਇਸ਼ੀ ਨੇ ਤੇ ਇਨਸਾਨੀ ਆਬਾਦੀ ਦੇ ਨਜ਼ਦੀਕ ਨੇ। ਇਹ ਪਹਾੜੀਆਂ ਮੌਸਮੇ ਖਜ਼ਾਂ ਵਿੱਚ ਉਸ ਵੇਲੇ ਆਬਾਦ ਹੋ ਜਾਂਦੀਆਂ ਨੇ ਜਦੋਂ ਪਰਿੰਦਿਆਂ ਦੀਆਂ 100 ਤੋਂ ਵੱਧ ਕਿਸਮਾਂ ਸ਼ਮਾਲ ਵੱਲੋਂ ਆ ਕੇ ਪਾਰਕ ਵਿੱਚ ਮੌਜੂਦ 82 ਤਰ੍ਹਾਂ ਦੇ ਪਰਿੰਦਿਆਂ ਨਾਲ ਰਲ ਜਾਂਦੀਆਂ ਨੇ। ਇਹ ਪਾਰਕ ਮੌਸਮੇ ਬਹਾਰ ਵਿੱਚ ਹਿਮਾਲਿਆ ਵੱਲੋਂ ਆਏ ਹੋਏ ਪਰਿੰਦਿਆਂ ਦੀ ਆਵਾਜ਼ਾਂ ਨਾਲ ਗੂੰਜਦਾ ਹੈ। ਪਰਿੰਦਿਆਂ ਦਾ ਮੁਸ਼ਾਹਦਾ ਕਰਨ ਵਾਲੇ ਮਿਰਜ਼ਾ ਤੇ ਰਿਆਜ਼ ਕਹਿੰਦੇ ਨੇ ਕਿ ਆਉਣ ਵਾਲੇ ਲੋਕੀ ਬਾਜ਼ ਔਕਾਤ ਬਹੁਤ ਸ਼ੋਰ ਕਰਦੇ ਨੇ ਤੇ ਜਿਹਦੇ ਨਾਲ ਪਰਿੰਦਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਲੋਕੀ ਹਸੀਨ ਮਾਹੌਲ ਤੋਂ ਮਹਿਰੂਮ ਹੋ ਜਾਂਦੇ ਨੇ। ਲੋਕਾਂ ਨੂੰ ਇਹ ਸਮਝਾਉਣ ਲਈ ਕਿ ਉਹ ਸ਼ੋਰ ਨਾ ਕਰਨ, ਸਾਨੂੰ ਮਜ਼ੀਦ ਮਾਲੂਮਾਤੀ ਮਰਾਕਜ਼ ਗਾਈਡਸ ਦੀ ਜ਼ਰੂਰਤ ਹੈ ਕਿ ਉਹ ਫਿਤਰਤ ਵਿੱਚ ਬੈਠਣ ਤੇ ਖੂਬਸੂਰਤ ਪਖੇਰੂਆਂ ਨੂੰ ਥੱਲੇ ਆਂਦਾ ਵੇਖ ਕੇ
ਚੰਗਾ ਵੇਲਾ ਗੁਜ਼ਾਰਨ ਤੇ ਵਾਪਸ ਆਪਣੇ ਘਰਾਂ ਨੂੰ ਟੁਰ ਜਾਣ ਤੇ ਮਾਰਗਲਾ ਪਾਰਕ ਦੀ ਸੋਹਣੀਆਂ ਯਾਦਾਂ ਨੂੰ ਨਾ ਭੁੱਲਣ। ਲੇਕਿਨ ਸਿਰਫ ਸਯਾਹਾਂ ਦੀ ਵੱਧਦੀ ਹੋਈ ਤਾਦਾਦ ਹੀ ਨਹੀਂ, ਹੋਰ ਵੀ ਮਸਾਇਲ ਨੇ। ਪਾਰਕ ਇੱਕ ਸੋਹਣੀ ਜਗ੍ਹਾ ਹੈ ਜਿਹੜੀ ਹਰ ਪਾਸੋਂ ਦਬਾਅ ਦਾ ਸ਼ਿਕਾਰ ਹੈ। ਮਾਰਗਲਾ ਦੇ ਆਲੇ ਦੁਆਲੇ ਬਲ ਖਾਂਦੀ ਸੜਕ ਕਦੀ ਇੱਥੋਂ ਦੇ ਵਾਸੀਆਂ ਲਈ ਛੋਟਾ ਜਿਹਾ ਰਸਤਾ ਹੁੰਦੀ ਸੀ, ਜਿਹਨੂੰ ਪਾਰਕ ਦੀ ਜੰਗਲੀ ਹਯਾਤ ਆਸਾਨੀ ਨਾਲ ਪਾਰ ਕਰ ਲੈਂਦੀ ਸੀ। ਪਰ ਹੁਣ ਇਹ ਰਸਤਾ ਵੱਡਾ ਕਰ ਦਿੱਤਾ ਗਿਆ ਹੈ। ਹੁਣ ਇਹ ਇਸਲਾਮਾਬਾਦ ਤੋਂ ਅਹਿਮ ਸ਼ਾਰਟਕਟ ਬਣ ਗਿਆ ਹੈ। ਜਿਸ ਨੂੰ ਦਿਨ ਰਾਤ ਸੈਂਕੜੋਂ ਗੱਡੀਆਂ ਇਸਤੇਮਾਲ ਕਰਦੀਆਂ ਨੇ। ਪਾਰਕ ਦੇ ਹੌਲੇ-ਹੌਲੇ ਟੁਰਨ ਵਾਲੇ ਜਾਨਵਰਾਂ ਲਈ ਇਹ ਬਹੁਤਾ ਤੇਜ਼ ਰਫ਼ਤਾਰ ਰਸਤਾ ਹੈ। Every city in ਪਾਕਿਸਤਾਨ ਦਾ ਹਰ ਸ਼ਹਿਰ ਤੇ ਹਰ ਪਿੰਡ ਤੇਜ਼ੀ ਨਾਲ ਵਧ ਰਿਹਾ ਹੈ ਤੇ ਕੁਦਰਤੀ ਇਲਾਕੇ ਸੁੱਕ ਰਹੇ ਨੇ। ਨੈਸ਼ਨਲ ਪਾਰਕ ਨੂੰ ਹੋਰ ਪਾਸਿਓਂ ਵੀ ਆਇਆ ਜਾ ਸਕਦਾ ਹੈ, ਇਸ ਲਈ ਦਬਾਅ ਵਧ ਰਿਹਾ ਹੈ। ਇਸਲਾਮਾਬਾਦ ਦੀ ਜ਼ਮੀਨ ਦੀ ਕੀਮਤ ਵਧ ਰਹੀ ਹੈ, ਜਦਕਿ ਜਿੱਥੇ ਕਦੀ ਪਾਰਕ ਤੇ ਸ਼ਹਿਰ ਦੇ ਦਰਮਿਆਨ ਗੈਰ ਆਬਾਦ ਇਲਾਕਾ ਹੁੰਦਾ ਸੀ, ਉੱਥੇ ਹੁਣ ਤਾਮੀਰਾਤ ਪਾਰਕ ਦੀ ਹਦੂਦ ਤੱਕ ਪਹੁੰਚ ਚੁੱਕੀਆਂ ਨੇ। ਕੁਝ ਜਾਵਾਂ ਤੇ ਸ਼ਾਇਦ ਇਤਨਾ ਬੁਰਾ ਨਹੀਂ, ਪਰ ਜਨੂਬ ਮਗਰਬੀ ਇਲਾਕੇ ਤੋਂ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਰਕ ਦੀ ਹੱਦ ਦੇ ਨੇੜੇ ਜ਼ਮੀਨ ਨੂੰ ਖੰਡਰ ਬਣਾ ਦਿੱਤਾ ਗਿਆ ਹੈ। ਮਾਰਗਲਾ ਦੀਆਂ ਪਹਾੜੀਆਂ ਇੱਕ ਹੱਦ ਤੱਕ ਚੂਨੇ ਦੇ ਪੱਥਰ ਤੋਂ ਬਣੀਆਂ ਨੇ, ਜਿਹੜਾ ਕਿ ਸੀਮੈਂਟ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ-ਜਿਵੇਂ ਮਕਾਮੀ ਤਾਮੀਰਾਤ ਦੀ ਸਨਅਤ ਫਰੋਗ ਪਾ ਰਹੀ ਹੈ, ਸੀਮੈਂਟ ਤੇ ਬਜਰੀ ਦੀ ਜ਼ਰੂਰਤ ਵੀ ਵੱਧਦੀ ਜਾ ਰਹੀ ਹੈ। ਪੱਥਰ ਕੱਢਣ ਦਾ ਅਮਲ ਸ਼ੋਰ ਪੈਦਾ ਕਰਦਾ ਹੈ, ਮਾਹੌਲ ਨੂੰ ਆਲੂਦਾ ਕਰਦਾ ਹੈ ਤੇ ਪਹਿਲੇ ਤੋਂ ਹੀ ਖੁਸ਼ਕ ਮਾਹੌਲ ਨੂੰ ਗਰਦੋ ਗੁਬਾਰ ਵਿੱਚ ਬਦਲ ਦਿੰਦਾ ਹੈ। ਇਹ ਇਲਾਕਾ ਪਾਰਕ ਦੀ ਹੱਦ ਤੋਂ ਬਾਹਰ ਹੈ, ਪਰ ਹਾਲ ਵਿੱਚ ਹੀ ਚੂਨੇ ਦਾ ਪੱਥਰ ਪਾਰਕ ਦੇ ਅੰਦਰੋਂ ਵੀ ਕੱਢਿਆ ਜਾਂਦਾ ਸੀ। ਪਾਰਕ ਦੀ ਇੰਤਜ਼ਾਮੀਆ ਯਾਨੀ CDA ਨੇ ਇਸ ਨੂੰ ਕੰਟਰੋਲ ਕਰਨ ਲਈ ਇਕਦਾਮਾਤ ਕੀਤੇ ਨੇ। ਮਾਰਗਲਾ ਹਿਲਸ ਨੈਸ਼ਨਲ ਪਾਰਕ ਵਿੱਚ ਸਭ ਤੋਂ ਵੱਡਾ ਮਸਲਾ ਚੂਨਾ ਕੱਢਣ ਤੇ ਖੁਦਾਈ ਦਾ ਸੀ। ਇਹਨੂੰ ਮੁਕੰਮਲ ਤੌਰ ਤੇ ਰੋਕ ਦਿੱਤਾ ਗਿਆ ਹੈ। ਜੇ ਮਾਰਗਲਾ ਦੇ ਆਸੋ-ਪਾਸੋਂ ਖੁਦਾਈ ਜਾਰੀ ਰਹਿੰਦੀ ਤਾਂ ਇਹ ਪਾਰਕ ਨੂੰ ਬੰਜਰ ਜ਼ਮੀਨ ਤੇ ਤਰੱਕੀਆਤੀ ਕੰਮਾਂ ਦੇ ਵਿੱਚ ਇੱਕ ਜਜ਼ੀਰਾ ਬਣਾ ਦਿੰਦੀ। ਗੱਡੀਆਂ, ਸੜਕਾਂ ਤੇ ਤਾਮੀਰਾਤ ਨੇ ਜਾਨਵਰਾਂ ਦੀ ਪਾਰਕ ਦੇ ਅੰਦਰ ਤੇ ਬਾਹਰ ਦੀ ਨਕਲੋ ਹਰਕਤ ਮਹਿਦੂਦ ਕਰ ਛੱਡੀ ਏ। ਜੰਗਲੀ ਹਯਾਤ ਦੀ ਗੁਜ਼ਰਗਾਹ ਦੇ ਤੌਰ ਤੇ ਇਸ ਦੀ ਅਫਾਦੀਅਤ ਘਟਦੀ ਜਾ ਰਹੀ ਏ। ਕੁਝ ਹੋਰ ਤਰੀਕਿਆਂ ਨਾਲ ਵੀ ਪਾਰਕ ਦੀ ਹਦੂਦ ਦੀ ਖਿਲਾਫਵਰਜ਼ੀ ਕੀਤੀ ਗਈ ਏ। ਪਾਰਕ ਦੀ ਇੱਕ ਕਾਬਲੇ-ਦੀਦ ਗੁਜ਼ਰਗਾਹ ਤੇ ਇੱਕ ਵੱਡਾ ਹੋਟਲ ਬਣ ਚੁੱਕਿਆ ਏ। ਇੱਥੇ ਹੋਰ ਵੀ ਵੱਡੇ ਲੋਕਾਂ ਦਾ ਦਬਾਅ ਹੈ ਤੇ ਲੋਕ ਅੱਛੇ ਹੋਟਲ, ਘਰ ਤੇ ਫਾਰਮ ਹਾਊਸਿਸ ਬਣਾਉਣਾ ਚਾਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਸਖਤੀ ਨਾਲ ਕਾਬੂ ਕੀਤਾ ਹੋਇਆ ਹੈ। ਮਿਸਾਲ, ਹੋਟਲ ਸੈਰ ਸਪਾਟੇ ਲਈ ਆਉਣ ਵਾਲਿਆਂ ਲਈ ਬਹੁਤ ਅਹਿਮ ਹੈ। ਉਹ ਇੱਥੇ ਆਉਂਦੇ ਨੇ ਤੇ ਮਜ਼ੇ ਨਾਲ ਵੇਲਾ ਟਪਾ ਦਿੰਦੇ ਨੇ। ਵੱਡਾ ਚੈਲੰਜ ਸਯਾਹਾਂ ਲਈ ਸਹੂਲੀਅਤ ਦੀ ਤਾਮੀਰ ਤੇ ਜੰਗਲੀ ਹਯਾਤ ਦੇ ਤਹਫੁਜ਼ ਦੇ ਦਰਮਿਆਨ ਤਵਾਜ਼ਨ ਕਾਇਮ ਰੱਖਣਾ ਹੈ। the solution ਉਲਟੇ ਅਸਰਾਂ ਦਾ ਤੋੜ ਵੀ ਇੰਤਜ਼ਾਮੀ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਕਿਹੜੇ ਇਲਾਕਿਆਂ 'ਚ ਸੈਰ ਤਫਰੀਹ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਕਿਹੜੇ ਇਲਾਕਿਆਂ ਤੋਂ ਰੋਕਿਆ ਜਾਏ। ਹਰ ਕਿਸੇ ਨੂੰ ਹਰ ਜਗ੍ਹਾ ਤੇ ਉਹਦੀ ਮਰਜ਼ੀ ਦੇ ਮੁਤਾਬਕ ਆਉਣ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਨੈਸ਼ਨਲ ਪਾਰਕ ਨੂੰ ਬਤੌਰ ਸਰਸਬਜ਼ ਨਖਲਿਸਤਾਨ ਮਹਿਫੂਜ਼ ਬਣਾਉਣ ਦੀ ਅਹਿਮੀਅਤ ਸੋਚ ਤੋਂ ਵੀ ਕਿਧਰੇ ਵੱਧ ਕੇ ਹੈ।
ਜੰਗਲ ਤੋਂ ਟੱਕੀ ਪਹਾੜੀਆਂ ਹਵਾ ਦੇ ਨਿਜ਼ਾਮ ਨੂੰ ਕੁਦਰਤੀ ਤੌਰ ਉੱਤੇ ਸਾਫ਼ ਸ਼ਫਾਫ ਰੱਖਣ ਵਿੱਚ ਅਹਿਮ ਕਿਰਦਾਰ ਅਦਾ ਕਰਦੀਆਂ ਨੇ। ਕਿਹਾ ਜਾਂਦਾ ਹੈ ਕਿ ਇੱਕ ਇਨਸਾਨ ਨੂੰ ਜਿੰਨੀ ਸਾਹ ਦੀ ਲੋੜ ਹੈ ਉਹ ਪੂਰੀ ਕਰਨ ਲਈ ਉਹਨੂੰ 4 ਦਰਖਤਾਂ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਵੇਖੋ ਇੱਥੇ ਕਿੰਨੇ ਦਰਖਤ ਨੇ, ਇਹ ਇੱਕ ਨਿਮਤ ਹੈ। ਜਿਵੇਂ ਪਾਰਕ ਮਕਾਮੀ ਮੌਸਮ ਨੂੰ ਤਾਜ਼ਗੀ ਬਖਸ਼ਦਾ ਹੈ ਤੇ ਇਹਨੂੰ ਅਮੂਮੀ ਸਮਝਿਆ ਜਾਂਦਾ ਹੈ, ਸ਼ਾਇਦ ਇਹੋ ਹੀ ਇਸਲਾਮਾਬਾਦ ਦੀ ਸ਼ਾਨ ਹੈ। You know, ਤੁਸੀਂ ਜਾਣਦੇ ਹੋ ਕਿ ਘਰ ਜਾਂ ਦਫ਼ਤਰ ਛੋੜਨ ਤੋਂ ਕੁਝ ਹੀ ਦੇਰ ਬਾਅਦ ਤੁਸੀਂ ਜੰਗਲ ਹੀ ਛੋਂਦੇ ਹੋ ਤੇ ਕੁਦਰਤ ਦਾ ਨਜ਼ਾਰਾ ਲੈ ਰਹੇ ਹੋ। ਇਹ ਇਸਲਾਮਾਬਾਦ ਦੇ ਫੇਫੜੇ ਹੈਗੇ ਨੇ, ਇਹਨਾਂ ਨੂੰ ਤਹਫੁਜ਼ ਦਿਓ, ਇਹਨਾਂ ਨੂੰ ਮਹਿਫੂਜ਼ ਰੱਖੋ। ਇਹ ਇਸਲਾਮਾਬਾਦ ਦੀ ਬੜੀ ਵੱਡੀ ਲੋੜ ਨੇ, ਇਹਨਾਂ ਦੀ ਰਖਵਾਲੀ ਕਰੋ ਤੇ ਇਹਨਾਂ ਨੂੰ ਮਹਿਫੂਜ਼ ਬਣਾਓ। ਇਸ ਸੋਹਣੇ ਕੌਮੀ ਅਸਾਸੇ ਦੀ ਦੇਖਭਾਲ ਇਸ ਲਈ ਵੀ ਆਸਾਨ ਹੈ ਕਿ ਇਹ ਪਾਕਿਸਤਾਨ ਦੇ ਦਾਰੁਲ ਹੁਕੂਮਤ ਇਸਲਾਮਾਬਾਦ ਵਿੱਚ ਹੈ। ਪਾਰਕ ਵਿੱਚ ਪਹਿਲੇ ਹੀ ਇਸ ਦੇ ਆਪਣੇ ਮੁਹਾਫਿਜ਼ ਹਨ। ਪਹਾੜੀਆਂ ਦੇ ਅੰਦਰ ਅੰਦਾਜ਼ਨ 1 ਲੱਖ ਲੋਕ 3 ਬਸਤੀਆਂ ਵਿੱਚ ਆਬਾਦ ਹਨ। ਪੁਰਾਣੇ ਜ਼ਮਾਨੇ ਵਿੱਚ ਇਹਨਾਂ ਦੇ ਰਹਿਣ ਸਹਿਣ ਨਾਲ ਇਲਾਕੇ ਤੇ ਪੈੜਾ ਅਸਰ ਬਹੁਤ ਘੱਟ ਪੈਂਦਾ ਸੀ, ਲੇਕਿਨ ਇਸਲਾਮਾਬਾਦ ਵਿੱਚ ਜ਼ਮੀਨ ਦੀ ਕੀਮਤਾਂ ਅਸਮਾਨਾਂ ਨਾਲ ਹਨ ਤੇ ਪਾਰਕ ਤੋਂ ਬਾਹਰ ਹਰ ਪਾਸੇ ਤਾਮੀਰਾਤੀ ਕੰਮ ਹੋ ਰਹੇ ਨੇ। ਗਰੀਬ ਲੋਕ ਇਹਨਾਂ ਬਸਤੀਆਂ ਵਿੱਚ ਚਲੇ ਗਏ ਨੇ, ਜਿਹਦੇ ਨਾਲ ਪਾਰਕ ਦੇ ਵਸਾਇਲ ਘੱਟ ਹੋ ਰਹੇ ਨੇ। ਜੰਗਲਾਤ ਦੀ ਕਟਾਈ ਇੱਕ ਵੱਡਾ ਮਸਲਾ ਹੈ। ਨੈਸ਼ਨਲ ਪਾਰਕ ਏਰੀਆ ਵਿੱਚ ਜਿਹੜੇ ਲੋਕੀ ਨੈਸ਼ਨਲ ਪਾਰਕ ਦੇ ਅੰਦਰ ਵਸਦੇ ਨੇ, ਇਹਨਾਂ ਕੋਲ ਖਾਣ ਪਕਾਉਣ ਦਾ ਕੋਈ ਹੋਰ ਜ਼ਰੀਆ ਨਹੀਂ, ਇਸ ਲਈ ਲੋੜ ਵੇਲੇ ਉਹ ਸੁੱਕੀ ਲੱਕੜੀ ਵੱਢਦੇ ਨੇ। परसेंट इसमें कामयाब है और ਅਸੀਂ ਲੱਕੜੀ ਵੱਢਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਹ ਦਾਅਵਾ ਤੇ ਨਹੀਂ ਕਰਦੇ ਕਿ ਇਹਦੇ 'ਚ ਅਸੀਂ ਪੂਰੇ ਉਤਰੇ ਹਾਂ। ਇਹਦੀ ਵੱਡੀ ਵਜ੍ਹਾ ਇੱਥੇ ਦੇ ਪਿੰਡ ਤੇ ਵਸਦੇ ਲੋਕ ਨੇ, ਜਿਨ੍ਹਾਂ ਦੀਆਂ ਲੋੜਾਂ ਤੋਂ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ। ਵੱਡੀ ਆਬਾਦੀਆਂ ਜਿਸ ਤਰ੍ਹਾਂ ਕਿ ਸੈਦਪੁਰ, ਇਸ ਨੂੰ ਮੁਤਬਾਦਲ ਤਵਾਨਾਈ ਪਹੁੰਚਾਉਣਾ ਆਸਾਨ ਹੈ ਕਿਉਂਕਿ ਇਹ ਇਸਲਾਮਾਬਾਦ ਦੇ ਨੇੜੇ ਹੈ। ਸ਼ਹਿਰ ਤੋਂ ਗੈਸ ਤੇ ਦੂਸਰੀ ਸਹੂਲੀਅਤ ਦੀ ਫਰਾਹਮੀ ਨਾਲ ਇੱਥੋਂ ਦੀ ਮਈਸ਼ਤ ਬਿਹਤਰ ਹੋਈ ਹੈ। ਪਾਰਕ ਦੀ ਜ਼ਿਆਦਾਤਰ ਆਬਾਦੀਆਂ ਛੋਟੀਆਂ ਤੇ ਖੰਡੀਆਂ ਨੇ। ਇੱਥੇ ਵੇਖੋ, ਇੱਥੇ ਲੋਕ ਵੀ ਥੋੜ੍ਹੇ ਨੇ ਤੇ ਕੁਝ ਘਰ ਵੀ ਬਣੇ ਹੋਏ ਨੇ, ਪਰ ਸਾਰੇ ਖਿਲਰੇ ਹੋਏ ਨੇ। ਇਸ ਲਈ ਇਹਨਾਂ ਲੋਕਾਂ ਨੂੰ ਆਸਾਨੀਆਂ ਤੇ ਸਹੂਲਤਾਂ ਦੇਣਾ ਕੋਈ ਐਡਾ ਸੌਖਾ ਕੰਮ ਨਹੀਂ। ਸੜਕਾਂ ਨੂੰ ਬਿਹਤਰ ਕਰਨ ਤੇ ਸਹੂਲਤਾਂ ਫਰਾਹਮ ਕਰਨ ਨਾਲ ਪਾਰਕ ਬਦਸ਼ਕਲ ਹੋ ਜਾਏਗਾ ਤੇ ਇਹਦੇ ਨਾਲ ਜ਼ਮੀਨ ਦੇ ਕਟਾਓ ਦਾ ਵੀ ਖਤਰਾ ਹੈ। ਮਾਰਗਲਾ ਹਿਲ ਸੁਸਾਇਟੀ ਦੇ ਸਦਰ ਦਾ ਕਹਿਣਾ ਹੈ ਕਿ ਛੋਟੀ-ਛੋਟੀ ਮਕਾਮੀ ਆਬਾਦੀਆਂ ਪਾਰਕ ਦੀ ਮੁਨਫਰਿਦ ਖਸੂਸੀਅਤ ਦਾ ਹਿੱਸਾ ਨੇ। whatever development ਤੁਹਾਡੇ ਦੇ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਨੇ, ਉਹਨਾਂ 'ਚ ਇੱਥੇ ਦੇ ਲੋਕਾਂ ਦਾ ਖਿਆਲ ਰੱਖਿਆ ਜਾਏ, ਉਹਨਾਂ ਨੂੰ ਕੱਢਿਆ ਨਾ ਜਾਏ, ਉਹਨਾਂ ਨੂੰ ਇੱਥੇ ਹੀ ਰਹਿਣ ਦਿੱਤਾ ਜਾਏ। ਉਹਨਾਂ ਲੋਕਾਂ ਨੂੰ ਸਿਰਫ ਇਹ ਦੱਸਣਾ ਹੈ ਕਿ ਉਹ ਇੰਜ ਦਾ ਕੋਈ ਕੰਮ ਨਾ ਕਰਨ, ਨਾ ਮਕਾਨ ਬਣਾਉਣ ਜਿਹਦੇ ਨਾਲ ਮਾਹੌਲ ਤੇ ਕੋਈ ਖਰਾਬ ਅਸਰ ਪਵੇ। ਤਰੱਕੀਆਤੀ ਕੰਮ ਇਹਤਿਆਤ ਨਾਲ ਕੀਤੇ ਜਾਣ ਕਿਉਂਕਿ ਨਿੱਕੇ ਤੇ ਵੱਡੇ ਮਕਾਮੀ ਦਰਖਤ ਤੇ ਜਾਨਵਰ ਜ਼ਮੀਨ ਦੀ ਜ਼ਰਖੇਜ਼ੀ 'ਚ ਇਜ਼ਾਫਾ ਕਰਦੇ ਨੇ ਤੇ ਕਟਾਓ ਨੂੰ ਬਚਾਉਂਦੇ ਨੇ। ਮੁਸਤਕਬਲ ਵਿੱਚ ਮਕਾਮੀ ਲੋਕਾਂ ਦਾ ਫਾਇਦਾ ਇਸ ਵਿੱਚ ਹੈ ਕਿ ਉਹ ਆਪਣੇ ਇਰਦ ਗਿਰਦ ਦੀ ਜ਼ਮੀਨ ਦਾ ਖਿਆਲ ਰੱਖਣ। ਘਰ ਦਾ ਮਾਲਕ ਹੀ ਆਪਣੇ ਘਰ ਦਾ ਚੰਗੇ ਤਰੀਕੇ ਨਾਲ ਖਿਆਲ ਰੱਖ ਸਕਦਾ ਹੈ। ਅਗਰ ਇਹਨਾਂ ਲੋਕਾਂ ਨੂੰ ਜੰਗਲ ਤੇ ਮਾਹੌਲ ਬਚਾਉਣ ਦੇ ਨਾਲ ਕੋਈ ਨੌਕਰੀ ਵੀ ਮਿਲ ਜਾਏ
ਤੇ ਬਿਹਤਰ ਕੰਮ ਕਰਨਗੇ ਕਿਉਂਕਿ ਇਹਨਾਂ ਦੀ ਆਪਣੀ ਜਗ੍ਹਾ ਹੈ। ਮੁਲਾਜ਼ਮਤ ਤੇ ਮੌਕੇ ਬਿਹਤਰ ਬਣਾ ਕੇ ਤੇ ਆਗਾਹੀ ਲਈ ਇਹ ਜ਼ਰੂਰੀ ਹੈ ਕਿ ਮਕਾਮੀ ਮੁੰਡੇ ਤੇ ਕੁੜੀਆਂ ਨੂੰ ਇਸਲਾਮਾਬਾਦ ਵਰਗੀ ਚੰਗੀ ਤਾਲੀਮ ਦਿੱਤੀ ਜਾਵੇ। ਇਹਨਾਂ ਇਲਾਕਿਆਂ ਵਿੱਚ ਚੰਗੀ ਤਾਲੀਮ ਹੋਣੀ ਚਾਹੀਦੀ ਹੈ ਤਾਂ ਜੇ ਇਹਨਾਂ ਨੂੰ ਪਤਾ ਹੋਵੇ ਔਰ ਉਹ ਸਮਝ ਸਕਣ ਕਿ ਨੈਸ਼ਨਲ ਪਾਰਕ ਵਿੱਚ ਕਿਵੇਂ ਵਸਿਆ ਜਾਂਦਾ ਹੈ। ਮਾਰਗਲਾ ਹਿਲਸ ਨੈਸ਼ਨਲ ਪਾਰਕ ਸਿਰਫ ਸੀਡੀਏ ਦੀ ਮਲਕੀਅਤ ਨਹੀਂ ਹੈ ਜੀ, ਇਹ ਪੂਰੇ ਸ਼ਹਿਰ ਤੇ ਹਰ ਸ਼ਹਿਰੀ ਦੀ ਮਲਕੀਅਤ ਹੈ। ਇਸ ਦਾ ਤਹਫੁਜ਼ ਅਸਾਂ ਸਾਰਿਆਂ ਦੀ ਮੁਸ਼ਤਰਕਾ ਜ਼ਿੰਮੇਵਾਰੀ ਹੈ। ਨੈਸ਼ਨਲ ਪਾਰਕ ਦੀ ਤਸ਼ਕੀਲ ਦੂਰਅੰਦੇਸ਼ੀ ਹੈ ਤੇ ਇਹ ਇੱਕ ਖੁੱਲੀ ਕਿਤਾਬ ਹੈ ਤੇ ਇਹਦੇ ਵਿੱਚ ਪੈਗਾਮ ਹੈ ਕਿ ਦੂਜੀ ਮਖਲੂਕਾਤ ਨਾਲ ਕਿਵੇਂ ਰਿਹਾ ਜਾਂਦਾ ਹੈ। ਕੋਈ ਵੀ ਸ਼ੈ ਜਗ ਤੇ ਇਕੱਲੀ ਨਹੀਂ ਰਹਿ ਸਕਦੀ, ਉਸ ਨੂੰ ਸਿੱਖਣਾ ਪੈਂਦਾ ਹੈ ਜਦੋਂ ਕੋਈ ਇੱਥੇ ਆਉਂਦਾ ਹੈ। ਪੁਰਮਸਰਤ ਲੋਕ ਲੰਬੀ ਜ਼ਿੰਦਗੀ ਜੀਂਦੇ ਨੇ ਤੇ ਨੈਸ਼ਨਲ ਪਾਰਕ ਇਸ ਖੁਸ਼ਕੁਨ ਜ਼ਿੰਦਗੀ ਵਿੱਚ ਇੱਕ ਇਜ਼ਾਫਾ ਹੈ। ਮਾਰਗਲਾ ਮੁਨਫਰਿਦ ਏ ਬਿਹਤਰੀਨ ਜ਼ਮੀਨ ਦਾ ਟੁਕੜਾ ਜਿਹੜਾ ਕਿ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਤਜਾਰਤੀ ਦਬਾਅ ਵਾਲੇ ਇਲਾਕੇ ਵਿੱਚ ਹੈ। ਲੇਕਿਨ ਇਸ ਦੇ ਬਾਵਜੂਦ ਵੀ ਇਹ ਪਾਰਕ ਸਭ ਤੋਂ ਕੀਮਤੀ ਅਸਾਸਾ ਹੈ। ਆਪਣੀਆਂ ਆਉਣ ਵਾਲੀ ਨਸਲਾਂ ਲਈ ਹਰ ਇੱਕ ਇਸ ਦੀ ਬਿਹਤਰੀ ਤੇ ਹਿਫਾਜ਼ਤ ਲਈ ਅੱਗੇ ਆਏ। ਜਿਸ ਤਰ੍ਹਾਂ ਇਹ ਇਸ ਇਲਾਕੇ ਦੇ ਮੌਸਮ ਨੂੰ ਖੁਸ਼ਗਵਾਰ ਬਣਾਉਂਦਾ ਹੈ, ਤਾਜ਼ਾ ਪਾਣੀ ਫਰਾਹਮ ਕਰਦਾ ਹੈ, ਜੰਗਲੀ ਹਯਾਤ ਨੂੰ ਤਹਫੁਜ਼ ਤੇ ਲੋਕਾਂ ਨੂੰ ਫਿਤਰਤ ਨਾਲ ਦੁਬਾਰਾ ਜੋੜਦਾ ਹੈ। ਇਹ ਗੱਲ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਮਾਰਗਲਾ ਹਿਲਸ ਨੈਸ਼ਨਲ ਪਾਰਕ ਬੇਸ਼ਕੀਮਤ ਕੁਦਰਤੀ ਖਜ਼ਾਨਾ ਹੈ ਜਿਸ ਦੀ ਪਰਵਰਿਸ਼ ਤੇ ਹਿਫਾਜ਼ਤ ਬੜੇ ਪਿਆਰ ਨਾਲ ਕਰਨੀ ਹੈ।